निर्धन दुख का रूप साध सुखी सहजो कहे पायो भेद अनूप धनवंते दुखिया सभी निर्जन दुख का रूप साध सुखी सहजो पायो भेद अनूप। ਇਹ ਬਾਣੀ ਸਹਿਜੋ ਬਾਈ ਦੀ ਹੈ। ਸਹਿਜੋ ਬਾਈ ਇਸਤਰੀ ਹੋਈ ਹੈ ਤੇ ਉਸਨੇ ਬੜਾ ਕਾਫੀ ਭਜਨ ਬੰਦਗੀ ਕੀਤੀ। ਆਪਣੀ ਬਾਣੀ ਵਿੱਚ ਜੋ ਕੁਛ ਉਹ ਲਿਖ ਰਿਹਾ ਹੈ, ਆਪਣੇ ਤਜਰਬੇ ਲਿਖ ਰਿਹਾ ਹੈ। ਸੰਤ ਜਦ ਵੀ ਦੁਨੀਆ ਵਿੱਚ ਆਉਂਦੇ ਹੈ ਉਹ ਦੇਖਦੇ ਹੈ ਕਿ ਕਿਆ ਇਹ ਸੰਸਾਰ ਸੁਖੀ ਹੈ ਜਾਂ ਦੁਖੀ ਹੈ। ਇਹਨਾਂ ਦੇ ਦੁੱਖ ਸੁੱਖ ਜਿਹੜੇ ਹੈ ਉਹ ਸਾਰੇ ਦੇਖਦੇ ਹੈ ਕਿ ਕੌਣ ਸੁਖੀ ਹੈ ਤੇ ਕਿਸ ਤਰੀਕੇ ਨਾਲ ਸੁਖੀ ਹੈ, ਕਿਹੜੀ ਵਸਤੂ ਨਾਲ ਸੁਖੀ ਹੈ। ਜਿਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਸੁੱਖ ਲੈਣਾ ਚਾਹੁੰਦੇ ਹਾਂ ਉਹਨਾਂ 'ਚੋਂ ਸਾਨੂੰ ਸੁੱਖ ਮਿਲਦਾ ਨਹੀਂ। ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਬਾਣੀ 'ਚ ਫਰਮਾਇਆ ਹੈ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਹੁਦਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ तमाम जितना भी संसार हाय राजे महाराजे शौकार सेठ गरीब मीर ईसरी पुरुष सब नूं क्या संतां दी बाणी सांझी हुंदी है, वो किसी का नां नहीं लैंदे। उन्हां किसी का नां नहीं लिया, उन्हां सारे संसार नूं क्या ते संसार दे विच हर एक किस्म का इंसान। इसी तरह सहजो बाई फरमा रही है, धनवंते अति दुखी जद नज़र मारी दिखिया क्या जेड़े लोग बड़े अरबापति चुनाड़ लोग ने क्या ये सुखीए ने। जदों उधर नज़र मारी तो वह भी दुखी नज़र आए। उस तों थले नज़र मारी कुछ विचला मेल जो लोग सन वो भी दुखी नज़र आए, क्योंकि उन्हां दी डिमांड सी कि दुख सानू मिले। जिसनों कोई चीज़ मिलती नहीं वो भी दुखिया होंदा है, वो भी दुखीए देखे। फिर साध मत वल ध्यान दिता, क्या साधु सुखीए ने। तो साध मत वल भी देखिया, एक दूसरे की निंदा सूची तीर खात वायर बगैर भजन दे, बिना भजन दे ਇਹਦੇ ਵਿੱਚ इंसान ਵਿੱਚ ਸਵਾਏ, चाहे कोई भगवे कपड़े पाए है, चाहे सवायत पाए है, चाहे जटां रखियां, चाहे तपस्सी है, चाहे जोगी है, बगैर बंदगी दे वो एकता नहीं आउंदी, वो प्यार नहीं अंदर आउंदा। जब देखिया तो साधु भी दुखीए देखे। इस वास्ते सहजो बाई ने बाणी च लिखिया है, तन बनते अति दुखी निर्धन दुख का रूप साध सुखी सहजो के पाया भेद अनूप। कौन सुखिया दसिया, कोई साध जिसने उस मालिक का भेद पा लिया। बंदगी करके जिसने मालिक का भेद पा लिया वो सुखिया है, बाकी साध मत भी दुखी है। वो दुख सारे दे अंदर है, बगैर शब्द की लज्जत दे
ਅੰਦਰ ਉਹ ਦੁੱਖ ਜਿਹੜਾ ਕਿਸੇ ਦੇ ਨਹੀਂ ਜਾ ਸਕਦਾ, ਉਹ ਅੰਦਰ ਬੈਠਾ ਹੈ, ਬਾਹਰ ਕੀ, ਹਰ ਇੱਕ ਦੇ ਅੰਦਰ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਬਗੈਰ ਬੰਦਗੀ ਦੇ ਸਾਧੂ ਜਦੋਂ ਜਮਾਇਸ਼ ਦਾ ਮੌਕਾ ਆਉਂਦਾ ਤੇ ਡਿੱਗ ਪੈਂਦਾ ਹੈ। ਕਿਉਂ? ਅੰਦਰ ਬੰਦਗੀ ਨਹੀਂ, ਵਿਸ਼ਵਾਸ ਨਹੀਂ, ਅਤਬਾਰ ਨਹੀਂ। ਬੰਦਗੀ ਦੇ ਨਾਲ ਮੁਰਸ਼ਦ ਦਾ ਅਤਬਾਰ ਆਉਂਦਾ ਹੈ, ਵਿਸ਼ਵਾਸ ਹੁੰਦਾ ਹੈ। ਕਬੀਰ ਸਾਹਿਬ ਜੀ ਮਹਾਰਾਜ ਦੀ ਸਾਖੀ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ। ਇੱਕ ਵਾਰ ਕਬੀਰ ਸਾਹਿਬ ਜੀ, ਕਿਉਂਕਿ ਉਹਨਾਂ ਦੇ ਸਿੱਖ ਰਾਜੇ ਸਨ, ਰਾਜਾ ਬਘੇਲ ਸਿੰਘ ਰਾਜਪੂਤ ਸੀ, ਜਦੋਂ ਵੀ ਕਬੀਰ ਸਾਹਿਬ ਜੀ ਜਾਂਦੇ ਹੁੰਦੇ ਸੀ ਤੇ ਤਖਤ ਛੱਡ ਕੇ ਆਪ ਖੜਾ ਹੋ ਜਾਂਦਾ ਸੀ ਤੇ ਕਬੀਰ ਸਾਹਿਬ ਨੂੰ ਬਿਠਾ ਲੈਂਦਾ ਹੁੰਦਾ ਸੀ। ਇੱਕ ਵਾਰ ਕਬੀਰ ਸਾਹਿਬ ਜੀ ਮਹਾਰਾਜ ਨੇ ਜਮਾਇਸ਼ ਕਰਨਾ ਚਾਹੀ ਕਿ ਇਹਦੀ ਜਮਾਇਸ਼ ਕਰੀਏ ਕਿ ਇਹਦਾ ਸੱਚਾ ਪਿਆਰ ਹੈ ਕਿ ਜਾਂ ਝੂਠਾ ਪਿਆਰ ਹੈ। ਕੋਈ ਵੀ ਚੀਜ਼ ਜਿਹੜੀ ਹੈ ਉਹ ਖਰੀ ਔਰ ਮਾੜੀ ਦਾ ਪਤਾ ਤਦ ਹੀ ਲੱਗਦਾ ਜਦੋਂ ਟੈਸਟ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਭ ਚੰਗੀਆਂ ਹੁੰਦੀਆਂ ਨੇ। ਕਬੀਰ ਸਾਹਿਬ ਨੇ, ਉਹਨਾਂ ਦੇ ਪਾਸ ਇੱਕ ਕੰਜਰੀ ਸੀ ਜਿਹੜੀ ਆਪਣਾ ਪੇਸ਼ਾ ਛੱਡ ਕੇ ਤੇ ਸਾਧੂਆਂ ਸੰਤਾਂ ਦੀ ਸੰਗਤ ਕਰਦੀ ਸੀ। ਕੰਜਰੀ ਨੂੰ ਲੈ ਲਿਆ ਸਾਥ, ਰਵਿਦਾਸ ਮਹਾਰਾਜ ਨੂੰ ਸਾਥ ਲੈ ਲਿਆ, ਰੰਗਦਾਰ ਬੋਤਲਾਂ ਲੈ ਲਈਆਂ, ਦੋ ਹੱਥ 'ਚ ਫੜ ਲਈਆਂ, ਸ਼ਬਦ ਪੜ੍ਹਦੇ ਪੜ੍ਹਦੇ ਝੂਮਦੇ ਚਾਮਦੇ ਬਾਜ਼ਾਰਾਂ ਦੇ ਵਿੱਚੋਂ ਨਿਕਲਦੇ ਪਾਤਸ਼ਾਹ ਦੀ ਕਚਹਿਰੀ ਪਹੁੰਚ ਗਏ। ਜਦੋਂ ਪਾਤਸ਼ਾਹ ਨੇ ਦੇਖਿਆ ਤੇ ਦਿਲ 'ਚ ਭਾਵ ਆ ਗਿਆ ਕਿ ਇਹ ਕੀ ਗੱਲ ਹੈ। ਤਖਤ ਤੋਂ ਉੱਠਿਆ ਨਹੀਂ। ਜਦੋਂ ਉੱਠਿਆ ਨਹੀਂ ਤਾਂ ਕਬੀਰ ਸਾਹਿਬ ਨੇ ਸੋਚਿਆ ਕਿ ਇਹਦੇ 'ਚ ਭਾਵ ਆ ਗਿਆ, ਇਸ ਨੂੰ ਹੁਣੇ ਸਾਂਭ ਲਈਏ, ਫਿਰ ਮੁਸ਼ਕਲ ਹੋ ਜਾਏਗਾ। ਦੋਵੇਂ ਬੋਤਲਾਂ ਉਹ ਆਪਣੇ ਪੈਰਾਂ 'ਤੇ ਰੋੜ ਦਿੱਤੀਆਂ। ਰਾਜਾ ਸੋਚਦਾ ਹੈ ਕਿ ਸ਼ਰਾਬੀ ਕਦੀ ਵੀ ਸ਼ਰਾਬ ਆਪਣੀ ਨੂੰ ਰੋੜਦਾ ਨਹੀਂ, ਇਹ ਕੋਈ ਕੋਤਕ ਹੈ। ਫੌਰਨ ਤਖਤ ਤੋਂ ਉੱਠ ਬੈਠਾ, ਕਬੀਰ ਸਾਹਿਬ ਨੂੰ ਬਿਠਾ ਲਿਆ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਪੁੱਛਿਆ ਕਿ ਇਹ ਕੀ ਗੱਲ ਹੈ। ਗੁਰੂ ਸਾਹਿਬ ਨੇ ਫਰਮਾਇਆ ਕਿ ਤੂੰ ਅੰਨਾ ਹੈ, ਤੈਨੂੰ ਨਹੀਂ ਪਤਾ। ਜਗਨਨਾਥ ਦੇ ਮੰਦਰ ਨੂੰ ਅੱਗ ਲੱਗੀ ਏ, ਕਬੀਰ ਸਾਹਿਬ ਜੀ ਬੁਝਾ ਰਹੇ। ਉਸੇ ਵੇਲੇ ਟਾਈਮ ਨੋਟ ਕਰ ਲਿਆ, ਸਾਨਰੀ ਦੇ ਸਵਾਰ ਭੇਜ ਦਿੱਤਾ। ਉਹਨਾਂ ਸਮਿਆਂ ਦੇ ਵਿੱਚ ਸਾਰਨੀਆਂ ਹੁੰਦੀਆਂ ਸੀ ਜਿਹੜੀਆਂ ਕਿ 100-100 ਮੀਲ ਜਾ ਸਕਦੀਆਂ ਸਨ ਇੱਕਦਮ। ਉਹਨਾਂ ਦਾ ਸਵਾਰ ਭੇਜ ਦਿੱਤਾ, ਜਾ ਕੇ ਪਤਾ ਕਰੋ ਕਿ ਠੀਕ ਹੈ ਕਬੀਰ ਸਾਹਿਬ ਜੀ ਬੁਝਾ ਰਹੇ ਸਨ। ਪਤਾ ਕੀਤਾ, ਸਾਰਿਆਂ ਲੋਕਾਂ ਨੇ ਕਿਹਾ ਕਿ ਹਾਂ ਇੱਥੇ ਅੱਗ ਲੱਗੀ ਸੀ ਔਰ ਕਬੀਰ ਸਾਹਿਬ ਜੀ ਬੁਝਾ ਰਹੇ ਸਨ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਕਿ ਜਦ ਜੀਵ ਭਜਨ ਨਹੀਂ ਕਰਦਾ ਤੇ ਕਿਸੇ ਵੇਲੇ ਵੀ ਕੋਈ ਜਮਾਇਸ਼ ਦਾ ਮੌਕਾ ਆਉਂਦਾ ਹੈ ਤੇ ਉਹ ਜੀਵ ਡਿੱਗ ਪੈਂਦਾ ਹੈ, ਕਿਉਂਕਿ ਭਜਨ ਦੇ ਨਾਲ ਹੀ ਇਹ ਖਲੋ ਸਕਦਾ ਹੈ। ਭਜਨ ਇਹਦਾ ਇੱਕ ਆਸਰਾ ਹੈ। ਜਿਸ ਤਰ੍ਹਾਂ ਇੱਕ ਬਿਰਧ ਬੰਦਾ ਕੋਈ ਛੋਟੇ ਦੇ ਆਸਰੇ ਤੁਰਦਾ ਹੈ, ਕਮਜ਼ੋਰ ਵੀ ਛੋਟੇ ਦੇ ਆਸਰੇ ਤੁਰਦਾ ਹੈ, ਇਸ ਇਨਸਾਨ ਦਾ ਜਿਹੜਾ ਭਜਨ ਬੰਦਗੀ ਹੈ ਉਹ ਇਹਦਾ ਇੱਕ ਆਸਰਾ ਹੈ। ਇਹ ਉਹਦੇ ਆਸਰੇ ਨਾਲ ਹੀ ਖਲੋ ਸਕਦਾ ਹੈ ਔਰ ਇਹਦੇ ਖਲੋਣ ਦਾ ਕੋਈ ਜ਼ਰੀਆ ਨਹੀਂ। ਇਹਦੇ ਵਿੱਚ ਜਿਹੜੇ ਇਹਦੇ ਦੁਸ਼ਮਣ ਬੈਠੇ ਹੈ, ਕਾਮ ਕ੍ਰੋਧ ਮੋਹ ਲੋਭ ਅਹੰਕਾਰ ਮਨ ਮਾਇਆ ਹਉਮੈ ਮਮਤਾ ਰਜੋ ਤਮੋ ਸਤੋ ਗੁਣ, ਜਿਤਨੇ ਵੀ ਇਹਦੇ ਵਿੱਚ ਬੈਠੇ ਹੈ ਉਹ ਸਭ ਇਸ ਨੂੰ ਗੁਰਾਉਣ ਵਾਲੇ।
कोई किसी पासे फसा लैंदा है, कोई किसी पासे फसा लैंदा है और इसनूं किसी न किसी तरीके नाल गराण की कोशिश करदा है। ज़्यादा भजन करदा है, अंदर शब्द की लज्जत आउंदी है, इहदा मुरशद नाल प्यार हो जाता है, विश्वास हो जाता है। चाहे कुछ भी होवे वो गिरदा नहीं। कई बार दस्या है कि निज़ामुद्दीन हौलिया उन्हां दे बाई शागिर्द सन जिहड़े कि मोहतबार सन, जिहड़े अपने आप नूं बड़े सीनियर कहांदे सन। उन्हां नूं साथ लैके उन्हां दी जमाइश करन दे वास्ते उन्हां नूं कहा चलो अज शहर दी सैर करिए। कुछ जिहड़े मान वडियाई वाले सन ओहो जे उन्होंने उस वेले ही भाव दिल च लै लिया कि अज मुरशद नूं की चा चढ़िया, शहर की सैर कदी गए नहीं, अज की गल है। तुर पे जदों शहर विच बड़े तो कुछ उस वेले किसक गए पिछा नूं कि लोकी सानूं की कहणगे। कुछ अगे जा गए ते अगे जद गए कंजरी का मकान सी, उस मकान के थले खड़े हो गए। निज़ामुद्दीन हौलिया उस कंजरी के मकान के उत्ते चला गया। कंजरी ने हथ बन के बेनती की, महाराज महापुरखों कोई सेवा दसो। उन्हें क्या है बेटा, एक कमरा सानू अलग चाहिए है, असी रात रहना है ते नाल अपने नौकर नूं भेज। 2 रंगदार शरबत दीयां बोतलां लियाए, 2-4 फुलके रकौला दाल दा लियाए बाजारों, पर ढक के नहीं लियाउणा कुछ भी। जदों ये चीज़ां देखियां जिहड़े रहिंदे सी वो भी नस गए कि हुण मुरशद ने शराब पीनी है ते रामखोरी करनी है। एक मीर खिसरो रह गया। मीर खिसरो एक बाइयां विचों रह गया जिसने एक मुरशद की जुती दे वास्ते एक 60 ऊँट दे दिते सी, लदे लदाए ते जुती लै लई सी। उन्होंने जुती विचों भी वाशना आ रही सी। हजूर कई बार फरमाउंदे हुंदे सी उस वाशना नूं लैण वाला नक बिरला ही बिरला हुंदा है, आम नहीं हुंदे। दूसरियां वाशना साड़ियां जाण ते वो वाशना आवे, जब तक दूसरियां वाशना जांदियां नहीं वो वाशना आउंदी नहीं। एक मीर खिसरो रह गया, पूरा मुरशद ते एतबार सी, भजन बंदगी करदा सी। उसने सोचा ये कोई कोतक है, ये कोई मौज है। जब दूसरे दिन वापस थले आए देखा तो कोई भी नहीं नजर आया। पूछया कि भाई साढ़े नाल बंदे बड़े आए सी, किधर गए ने? कहन लगे जी वो पता नहीं किधर गए है, किते चला गए होणगे। तू क्यों नहीं गया? जी मैनू सहारा ही कोई नहीं तुहाडे चरनां दे बिना, कोई थां नहीं। उन्हां दा कोई थां होवेगा जिहड़े चला गए है, मैनू तुहाडे चरनां दे बिना कोई जगह नहीं। निज़ामुद्दीन हौलिए ने उस नूं गल नाल ला लिया ते कई बार तुसीं देखिया होएगा, सुनिया होएगा किसी ने कि दिल्ली दे विच दोवां दीयां कबरां इकट्ठियां ने और सेवक स्वामी की पूजा हो रही है। कबीर साहब जी भी बाणी च फरमाउंदे हैं, सेवक स्वामी एक मत, ये मत में मत मिल जाए। साढ़े ख्यालातां दे विच ही फर्क हुंदा है। जदों ख्यालात साढ़े मिल जाण तां कोई फर्क नहीं। प्यो पुत दा की फर्क हुंदा है जे ख्यालात उन्हां दे मिल जाण।
अगर ख्यालात नहीं मिलते तो प्यो पुत की फारगदी भी दे दिंदा लिख के कि मेरे जायदाद का हकदार नहीं है। कई लोगों ने इस तरह कर दिता हुंदा। इस वास्ते सहजो भाई जो कुछ भी बाणी च फरमा रही ठीक फरमा रही है, क्योंकि उन्होंने अख खुली, उन्होंने अंदर देखा है, दुनिया के दुख सुख देखे, क्या ये दुनिया कित्थे सुख लेना चाहती है, किहड़ियां चीज़ां सुख लेना चाहती है, तो आखिर सुख कित्थे निकलिया आके नाम दे विच। जो सहजो बाई ने बाणी च फरमाया ठीक फरमाया है। तन बैंते अति दुखी निर्धन दुख का रूप। तन बैंते तो अति दुखी ने और जेड़े विचला मेल उस दुख नूं मंगते है, चाहते है कि सानू मिल जाए, वो दुख का रूप बने है कि दुख सानू मिलना चाहिए, लेकिन मिलता उन्होंने नहीं, वो भी दुखीए ने। साध सुखी सहजो के पाया भेद अनूप। कौन साधु सुखी है? जिसने मालिक का भेद पा लिया, संदोख कर लिया, अंदर प्यार आ गया, मुर्शद ते एतबार आ गया, वो साधु सुखिया है। चाहे वो गरीब है, चाहे अमीर है, चाहे लखापति है, चाहे कपड़ा भी उते नहीं तद भी उन्होंने परवाह नहीं। नंगन भली एक रंग से बहुत शोभा पाए। वो नंगे भी जेड़े है पाटे कपड़िया विच भी हजूर फरमाउंदे हुंदे ही लाल जेड़ा पाटे कपड़िया च भी चमकदा है। रूड़ियां दे उत्तों सोना कढ़ के लै जाओ, उसकी कीमत नहीं घटदी। ਉਹਦੇ अंदर सच्चाई ते प्यार ते मालिक का विश्वास होंदा है। वो किस तरह भी होवे, वो सुखी है, सुखी है, वो सुख लै गए, बाकी सुख नहीं। महापुरख साढ़े तजर्बे ही करते हैं। जद जद भी दुनिया ते आउंदे वो साढ़े तजर्बे करते हैं, तो फिर सानू सारे पासों देख के सानू समझाउंदे है कि भाई जे तू सुख लेना है तो नाम जप, साध संगत की सेवा कर ते नाम जप। ये तेरा शरीर जेड़ा इसकी कोई गारंटी नहीं। हर एक चीज़ की कुछ ना कुछ गारंटी होंदी है, लेकिन साढ़े मनुष्य जन्म की कोई गारंटी नहीं। मनुष्य जन्म तो कुछ भी नहीं हैगा। जिस तरह कई शब्दों के विच पढ़ते हैं कि ये जिंदगी की है एक कागज़ की पुड़िया, और जब पानी विच पई मिनटां च गल गई। ये कुछ भी नहीं। मुसलमान फकीर ने फरमाया है, आदमी का नक्शा की, आदमी कौन है, किस तरह आदमी किया जाता है। आदम, एक मुसलमान फकीर ने तजर्बा किया है कि आदमी जेड़ा है वो दम दा है। जब शरीर विच दम सा आया तो आदमी है, जब नहीं आया तो मिट्टी है। हाय किसी पातशाह दिए, चाहे किसी गरीब दिए, अमीर दिए, ये मिट्टी हैगी है। इस वास्ते संत सानू समझाउंदे है कि भाई जल्दी तो जल्दी अपने समय नू संभालो। ये समा जड़ा मनुष्य जन्म का एक एक दिन, ये तेरे श्वास जेड़े है ये गिनती दे ने किस तरह जा रहे है। जिस तरह फुटे घड़ विच पानी, किसी घड़े नू फुट हुंदा है, उहदे च पानी पाया हुंदा है, तो सहजे सहजे उहदा पानी निकल जाता है और घड़ा बनिया रहिंदा है। ਉਹਦੇ ਵਿੱਚੋਂ पानी निकलदियां पता भी नहीं लगता किधर गया है, तो खाली भी हो जाता है। इसी तरह साडा शरीर जिहड़ा है, ਇਹਦੇ ਵਿੱਚੋਂ साडे श्वास जिहड़े वो मुक रहे है, वो निकल रहे है ਵਿੱਚੋਂ। ये नहीं पता सानू कि कादा सी जाना, कादा सी रहना है। ये साड़ी कोई गारंटी नहीं है। इस वास्ते सहजो भाई जो कुछ बाणी च फरमा रही ठीक फरमा रही है।
ਕਿ ਭਾਈ ਜੇ ਸੁਖ ਲੈਣਾ ਹੈ ਤੇ ਨਾਮ ਦੇ ਵਿੱਚੋਂ ਸੁਖ ਮਿਲੇਗਾ। ਜੇ ਤੂੰ ਕਹੇ ਕਿ ਇਹਨਾਂ ਚੀਜ਼ਾਂ ਤੋਂ ਸੁਖ ਮਿਲ ਜਾਏ, ਇਹਨਾਂ ਚੀਜ਼ਾਂ ਤੋਂ ਸੁਖ ਨਹੀਂ ਮਿਲੇਗਾ। ਹਾਂਜੀ। ਧਨਵੰਤੇ ਦੁਨੀਆ ਸਭੀ ਨਿਰਜਨ ਦੁਖ ਕਾ ਰੂਪ ਸਾਧ ਸੁਖੀ ਸਹਿਜੋ ਕੈ ਪਾਇਓ ਭੇਦ ਅਨੂਪ ਨਾ ਸੁਖ ਵਿਦਿਆ ਕੇ ਪੜੇ ਨਾ ਸੁਖ ਬਾਦ ਵਿਵਾਦ ਸਾਧ ਸੁਖੀ ਸਹਿਜੋ ਕੈ ਲਾਗੀ ਸੁਨ ਸਮਾਦ। ਸਹਿਜੋ ਬਾਈ ਬੜੇ ਪਿਆਰ ਦੇ ਨਾਲ ਫਰਮਾ ਰਹੀ ਹੈ। ਅਸੀਂ ਬਹੁਤ ਸਾਰੇ ਲੋਕ ਕਹਿੰਦੇ ਹਾਂ ਕਿ ਵਿਦਿਆ ਵਿੱਚ ਸੁਖ ਹੈ। ਸਹਿਜੋ ਬਾਈ ਫਰਮਾ ਰਹੀ ਹੈ ਕਿ ਵਿਦਿਆ ਵਿੱਚ ਵੀ ਸੁਖ ਨਹੀਂ। ਕਿਉਂ? ਵਿਦਵਾਨ ਜੀਵ ਜਿਹੜਾ ਹੈ ਉਹ ਹੰਕਾਰੀ ਹੋ ਜਾਂਦਾ ਹੈ ਤੇ ਵਿਦਿਆ ਦੇ ਜ਼ੋਰ ਨਾਲ ਉਹ ਕਈ ਜ਼ੁਲਮ ਤੇ ਪਾਪ ਕਰਦਾ ਹੈ ਤੇ ਕਈ ਜਿਹੜੇ ਜਿਨ੍ਹਾਂ ਪਾਸ ਨਹੀਂ ਵਿਦਿਆ ਉਹਨਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਦੱਸਿਆ ਹੈ ਕਿ ਕਾਸ਼ੀ ਤੋਂ ਪੜ੍ਹ ਕੇ 2 ਲੜਕੇ ਆਏ। ਉਹ ਕਿਸੇ ਪਿੰਡ ਵਿੱਚ ਰਾਤ ਆ ਗਈ, ਕਿਸੇ ਦੇ ਘਰ ਚਲਾ ਗਏ। ਘਰ ਵਾਲਾ ਜਿਹੜਾ ਸੀ ਉਹਨਾਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਕਰਨ ਲੱਗਾ। ਇੱਕ ਲੜਕਾ ਉਹਨਾਂ 'ਚ ਉੱਠ ਕੇ ਬਾਹਰ ਗਿਆ। ਜਿਹੜਾ ਅੰਦਰ ਸੀ ਉਸ ਨੂੰ ਘਰ ਵਾਲੇ ਨੇ ਪੁੱਛਿਆ ਕਿ ਪੰਡਤ ਜੀ ਇਹ ਜਿਹੜਾ ਲੜਕਾ ਬਾਹਰ ਗਿਆ ਹੈ ਇਹ ਤੁਹਾਡੇ ਨਾਲੋਂ ਜ਼ਿਆਦਾ ਪੜ੍ਹਿਆ ਜਾਂ ਘੱਟ ਪੜ੍ਹਿਆ ਹੈ? ਤੇ ਕਹਿਣ ਲੱਗੇ ਨਹੀਂ ਇਹ ਕੁਝ ਵੀ ਨਹੀਂ, ਇਹ ਤੇ ਨਿਰਾ ਸੰਡਾ ਹੈ। ਜਦ ਉਹ ਅੰਦਰ ਆਇਆ ਦੂਸਰਾ ਬਾਹਰ ਗਿਆ ਤੇ ਉਸ ਨੂੰ ਪੁੱਛਿਆ ਕਿ ਉਹ ਕਹਿੰਦਾ ਹੈ ਕਿ ਨਹੀਂ ਇਹ ਤੇ ਨਿਰਾ ਗਧਾ ਹੈਗਾ, ਇਹ ਕਾਹਦਾ ਪੜ੍ਹਿਆ ਹੈਗਾ। ਦੋਨਾਂ ਨੇ ਆਪਣੀ ਆਪਣੀ ਵਿਦਿਆ ਦਾ ਹੰਕਾਰ ਕੀਤਾ, ਇੱਕ ਦੂਸਰੇ ਦੀ ਨਿੰਦਿਆ ਕੀਤੀ। ਇੱਕ ਸੰਡਾ ਬਣ ਗਿਆ, ਇੱਕ ਗਧਾ ਬਣ ਗਿਆ। ਘਰ ਵਾਲੇ ਨੇ ਸੋਚਿਆ ਕਿ ਮੈਂ ਹੁਣ ਰੋਟੀ ਕਾਹਦੇ ਵਾਸਤੇ ਬਣਾਉਣੀ ਹੈ, ਰੋਟੀ ਤੇ ਇਹਨਾਂ ਦਾ ਖਾਣਾ ਹੀ ਨਹੀਂ। ਉਸਨੇ ਇੱਕ ਥਾਲੀ ਵਿੱਚ ਤੂੜੀ ਪਾਈ, ਇੱਕ 'ਚ ਫੱਕ ਪਾ ਦਿੱਤੀ। ਆਓ ਜੀ ਪੰਡਤ ਜੀ ਖਾਣਾ ਖਾਓ। ਜਦੋਂ ਖਾਣਾ ਖਾਣ ਲੱਗੇ ਤੇ ਕੀ ਖਾਣ? ਕਹਿੰਦੇ ਕੀ ਖਾਈਏ? ਕਹਿੰਦੇ ਜੀ ਤੁਹਾਡਾ ਖਾਣਾ ਇਹੋ ਹੀ ਹੈ, ਤੁਹਾਡਾ ਖਾਣਾ ਇਹੋ ਹੀ ਹੈ, ਇੱਕ ਸੰਡਾ ਔਰ ਇੱਕ ਗਧਾ ਹੈ। ਤੂੰ ਇਸ ਨੂੰ ਗਧਾ ਕਿਹਾ ਹੈ, ਉਹਨੂੰ ਕਿਹਾ ਤੂੰ ਇਸ ਨੂੰ ਸੰਡਾ ਕਿਹਾ ਹੈ। ਕੀ ਤੁਹਾਡਾ ਖਾਣਾ ਇਹ ਤੂੜੀ ਔਰ ਫੱਕ ਨਹੀਂ ਹੈ? ਆਪਣੇ ਕੀਤੇ ਤੇ ਪਛਤਾਏ। ਜੇ ਉਹ ਇੱਕ ਦੂਸਰੇ ਦੀ ਵੀ ਸਿਫਤ ਕਰਦਾ, ਉਹਦੀ ਸਿਫਤ ਕਰਦਾ, ਦੋਵੇਂ ਖਾਣਾ ਖਾਂਦੇ। ਇਹਦੇ ਵਿੱਚ ਹੰਕਾਰ ਹੈ। स्वामी जी महाराज भी बाणी च फरमाया, ऐ विद्या तू बड़ी है विद्या, पर संतन का तैं कदर नहीं जान। ऐ विद्या तू बड़ी विद्या है, त्रिलोकी विच तेरा हुक्म चल रहा है, लेकिन संतां दा तैनू पता नहीं। तू एक बूंद है, संत समुंदर ने। एक बूंद जिहड़ी ओ समुंदर दा की था लै सकदी है, की दस सकदी है। जगजीत पंडित जिसने विद्या के जोर नाल जगत नूं जित्तिया, क्योंकि उसने हर तरह के मसले जिन्हां नूं नहीं सी आउंदे उन्हां कोलों दस्तखत करा लेने कि तुसी हारे हो तो मैं जित्तिया। किसी ने कहा कि कबीर साहब जी एक साधु ने माड़े जे, तुसी उन्हां नूं भी जित के लियाओ। जदों कबीर साहब दे पास चले गए ते क्या कबीर इत्थे लिख दे, कबीर हारिया और जग जीत जित्या।
ਉਹਨਾਂ ਕਿਹਾ ਮਹਾਰਾਜ ਲਿਖਾ ਲਓ, ਅਸੀਂ ਤੇ ਅੱਗੇ ਹੀ ਹਾਰੇ ਹੀ ਹਾਂ। ਤੇ ਫਕੀਰ ਹਾਰ ਹੀ ਮੰਨਦੇ ਆ, ਉਹ ਜਿੱਤਣ ਦੇ ਮਗਰ ਨਹੀਂ ਪੈਂਦੇ। ਤੇ ਆਮ ਲੋਕਾਂ ਦੀ ਮਿਸਾਲ ਹੈ, ਹਾਰੇ ਦਾ ਨਾਂ ਹੀਰਾ ਤੇ ਜਿੱਤੇ ਦੇ ਨਾਂ ਕਸੀਰਾ। ਕਿਉਂ? ਜਿਹੜਾ ਹਾਰ ਜਾਂਦਾ ਹੈ ਉਹ ਅਗਲੇ ਦੀ ਖੁਸ਼ੀ ਲੈ ਜਾਂਦਾ ਹੈ। ਕਈ ਵਾਰ ਇਹ ਸਾਖੀ ਸੁਣਾਈ ਹੈ ਕਿ ਗੁਰੂ ਸਾਹਿਬ ਜੀ ਇੱਕ ਵਾਰ ਇੱਕ ਸਿੱਖ ਦੇ ਘਰ ਗਏ ਤੇ ਜਦੋਂ ਵੀ ਜਾਂਦੇ ਹੁੰਦੇ ਸਨ ਉਹ ਜਥਾ ਸ਼ਕਤੀ ਸੇਵਾ ਕਰਦਾ ਸੀ, ਤੇ ਜੇ ਨਹੀਂ ਘਰ ਹੋਣਾ ਤੇ ਮੰਗ ਕੇ ਵੀ ਲਿਆਉਣਾ ਬਾਹਰੋਂ ਤੇ ਸੇਵਾ ਕਰਨੀ ਸਾਧੂਆਂ ਦੀ। ਉਸ ਦਿਨ ਕਿਸੇ ਨੇ ਮੰਗ ਕੇ ਵੀ ਨਹੀਂ ਦਿੱਤਾ ਕਿ ਪਖੰਡ ਕਰਦਾ ਹੈ, ਆਪਣੇ ਟੱਬਰ ਵਾਸਤੇ ਮੰਗਦਾ ਹੈ, ਬਾਲ ਬੱਚੇ ਨੂੰ ਖਵਾਉਂਦਾ ਹੈ। ਉਸ ਸ਼ਹਿਰ ਦੇ ਵਿੱਚ ਰਾਜੇ ਨੇ ਇੱਕ ਛਿੰਝ ਪਵਾਈ ਸੀ, 100 ਟਕਾ ਢਾਣ ਵਾਲੇ ਨੂੰ ਨਾਮ ਦਿੰਦੇ ਸੀ ਤੇ 50 ਟਕੇ ਢਵਾਉਣ ਵਾਲੇ ਨੂੰ, ਜਿਹੜਾ ਟੈਪ ਹੋਵੇ। ਉਹ ਸਿੱਖ ਨੇ ਸੋਚਿਆ ਕਿ ਚਲੋ ਛਿੰਝ ਵਿੱਚ ਆਉਂਦੇ ਹਾਂ, 100 ਟਕਾ ਤੇ ਨਹੀਂ ਪਰ 50 ਟਕੇ ਮਿਲ ਜਾਣਗੇ ਤੇ ਮੈਂ ਸਾਧੂਆਂ ਦੀ ਸੇਵਾ ਕਰਾਂਗਾ। ਜਦੋਂ ਉਹ ਵੱਡੀ ਮਾਲੀ ਦੇ ਥੱਲੇ ਜਾ ਕੇ ਬੈਠ ਗਿਆ ਕੱਪੜੇ ਖੋਲ ਕੇ, ਜਿਹੜਾ ਉਹ ਪਹਿਲਵਾਨ ਸੀ ਉਸਨੇ ਦੇਖਿਆ ਵੀ ਪੁੱਛਿਆ ਉਸਨੂੰ ਕਿ ਭਾਈ ਤੂੰ ਅੱਗੇ ਵੀ ਕਦੀ ਘੁਲਿਆ ਹੈ ਕਿ ਅੱਜ ਹੀ ਆਇਆ ਹੈ? ਉਹ ਕਹਿੰਦਾ ਜੀ ਮੈਂ ਅੱਜ ਹੀ ਆਇਆ। ਅੱਜ ਕੀ ਮਜਬੂਰੀ ਹੈ ਤੈਨੂੰ? ਕਹਿੰਦਾ ਕਿ ਮੇਰੇ ਘਰ ਸੰਤ ਮਹਾਂਪੁਰਖ ਆਉਂਦੇ ਹੁੰਦੇ ਸੀ, ਮੈਂ ਜਥਾ ਸ਼ਕਤੀ ਉਹਨਾਂ ਦੀ ਸੇਵਾ ਕਰਦਾ ਸੀ। ਜੇ ਘਰ ਕੁਛ ਹੋਣਾ ਤੇ ਠੀਕ ਹੈ, ਨਹੀਂ ਤਾਂ ਬਾਹਰੋਂ ਮੰਗ ਕੇ ਵੀ ਮੈਂ ਸੇਵਾ ਕਰਦਾ ਹੁੰਦਾ ਸੀ। ਅੱਜ ਮੈਨੂੰ ਕਿਸੇ ਮੰਗਿਆ ਵੀ ਨਹੀਂ ਦਿੱਤਾ ਤੇ ਲੋਕਾਂ ਨੇ ਇਹੀ ਕਿਹਾ ਕਿ ਆਪਣੇ ਬਾਲ ਬੱਚੇ ਵਾਸਤੇ ਮੰਗਦਾ ਹੈ ਤੇ ਬਾਲ ਬੱਚੇ ਨੂੰ ਪਾਲਦਾ ਹੈ। ਤੇ ਮੈਂ ਇਹੀ ਸੋਚਿਆ ਕਿ ਮੈਂ ਢਾਣਾ ਕਿੰਨੂਆਂ ਢਵਾ ਜਾਵਾਂਗਾ ਤੇ 50 ਟਕੇ ਮਿਲ ਜਾਣਗੇ ਤੇ ਮੈਂ ਸੰਤਾਂ ਦੀ ਸੇਵਾ ਕਰਾਂਗਾ। ਉਸ ਪਹਿਲਵਾਨ ਨੇ ਸੋਚਿਆ ਕਿ ਅੱਗੇ ਮੈਂ ਕਈ ਸੈਂਕੜਿਆਂ ਨੂੰ ਢਾਇਆ ਜਾਂ ਕਿਤੇ ਢਾਇਆ, ਤੇ ਜੇ ਮੈਂ ਅੱਜ ਆਪ ਹੀ ਢਹਿ ਪਵਾਂ ਤੇ ਇਹਨੂੰ 100 ਟਕਾ ਮਿਲ ਜਾਏ ਤੇ ਇਹ ਸਾਧੂਆਂ ਦੀ ਸੇਵਾ ਕਰੇਗਾ ਤੇ ਮੈਨੂੰ ਕੀ ਫਰਕ ਪੈਣ ਲੱਗਾ। ਇੱਕ ਦੋ ਪਗੜ ਕੀਤੀ, ਉਹ ਢਹਿ ਪਿਆ, ਉਹਨੂੰ 100 ਟਕਾ ਮਿਲ ਗਿਆ। ਦੋਵੇਂ ਹੀ ਖੁਸ਼ੀਆਂ ਕਰਦੇ ਕਰਦੇ ਗੁਰੂ ਸਾਹਿਬ ਵੀ ਉਸ ਅਖਾੜੇ ਵਿੱਚ ਪਹੁੰਚ ਗਏ ਸਨ। ਜਾ ਕੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਇਹ ਵਰ ਦਿੱਤਾ, ਸੁਖੀ ਰਹੋ ਮਸ਼ਕੀਨੀ ਆਪ ਨਵਾਰ ਥਲੇ, ਬੜੇ ਬੜੇ ਹੰਕਾਰੀ ਆ ਨਾਨਕ ਗਰਭ ਗਲੇ। ਜਾਂ ਤੂੰ ਸੁਖੀ ਰਹੋ। ਸੋ ਜਿਹੜੇ ਸੰਤਾਂ ਮਹਾਂਪੁਰਖਾਂ ਦੇ ਉਹਨਾਂ ਦੇ ਕਹਿਣੇ ਮੁਤਾਬਕ ਚੱਲਦੇ ਹੈ, ਉਹ ਦੁਨੀਆ 'ਚੋਂ ਹਾਰ ਮੰਨਦੇ ਹੈ, ਉਹ ਉਹਨਾਂ ਨੂੰ ਖੁਸ਼ ਕਰ ਲੈਂਦੇ, ਉਸ ਰੱਬ ਨੂੰ ਖੁਸ਼ ਕਰ ਲੈਂਦੇ ਹੈ। ਉਹਨਾਂ ਦਾ ਰਹਿੰਦੀ ਦੁਨੀਆ ਤੱਕ ਨਾ ਰਹਿੰਦਾ ਹੈ। ਮੈਂ ਜਗਜੀਤ ਪੰਡਤ ਦੀ ਸਾਖੀ ਸੁਣਾ ਰਿਹਾ ਸੀ ਕਿ ਜਗਜੀਤ ਪੰਡਤ ਨੇ ਬਹੁਤ ਸਾਰੇ ਲੋਕਾਂ ਨੂੰ ਜਿੱਤਿਆ ਆਪਣੇ ਮਸਲਿਆਂ ਦੇ ਨਾਲ, ਕਿਉਂਕਿ ਉਹ ਪੜ੍ਹਿਆ ਲਿਖਿਆ ਜ਼ਿਆਦਾ ਸੀ। ਕਬੀਰ ਸਾਹਿਬ ਦੇ ਪਾਸ ਵੀ ਚਲੇ ਗਏ ਤਾਂ ਕਬੀਰ ਸਾਹਿਬ ਨੂੰ ਕਿਹਾ ਕਿ ਕਬੀਰ ਇੱਥੇ ਲਿਖ ਦੇ, ਕਬੀਰ ਹਾਰਿਆ ਔਰ ਜਗਜੀਤ ਜਿੱਤਿਆ। ਕਬੀਰ ਸਾਹਿਬ ਨੇ ਲਿਖ ਦਿੱਤਾ। ਜਦ ਆਪਣੀ ਸਭਾ ਵਿੱਚ ਗਿਆ ਤੇ ਉਹ ਲਫ਼ਜ਼ ਬਦਲ ਗਏ, ਲਫ਼ਜ਼ ਬਦਲ ਗਏ ਕਿ ਕਬੀਰ ਜਿੱਤਿਆ ਔਰ ਜਗਜੀਤ ਹਾਰਿਆ। ਜਦੋਂ ਸਭਾ ਵਿੱਚ ਜਾ ਕੇ ਪੜ੍ਹੇ, ਫਿਰ ਗੁੱਸੇ ਦੇ ਨਾਲ ਆਇਆ, ਕਿਹਾ ਕਬੀਰ ਨੂੰ ਲਿਖ ਦੇ, ਤੂੰ ਕੀ ਲਿਖ ਦਿੱਤਾ ਹੀ ਆ? ਕਹਿੰਦੇ ਜੀ ਜੋ ਤੁਸੀਂ ਲਿਖਾਇਆ ਮੈਂ ਲਿਖ ਦਿੱਤਾ। ਮੁੜ ਕੇ ਲਿਖ ਦੇ, ਫਿਰ ਲਿਖ ਦਿੱਤਾ। ਇਸੇ ਤਰ੍ਹਾਂ ਕਈ ਵਾਰ ਉਸਨੇ ਲਿਖਾਇਆ, ਲੇਕਿਨ ਜਿੱਤ ਜਿਹੜੀ ਸੀ ਉਹ ਕਬੀਰ ਸਾਹਿਬ ਦੀ ਹੁੰਦੀ ਰਹੀ, ਕਿਉਂਕਿ ਕਬੀਰ ਸਾਹਿਬ ਜੀ ਮਹਾਰਾਜ ਸ਼ਬਦ ਵਿਆਸੀ ਸਨ, ਉਹ ਮਾਲਕ ਦੀ ਭਗਤੀ ਕਰਦੇ ਸਨ। ਇਸ ਵਾਸਤੇ ਉਹ ਜਿੱਤ ਜਿਹੜੀ ਸੀ ਭਗਤੀ ਦੀ ਜਿੱਤ ਹੈ। ਮਾਲਕ ਨੂੰ ਪਿਆਰ ਜਿਹੜਾ ਹੈ, ਮਾਲਕ ਦੇ ਘਰ ਉਹ ਭਗਤੀ ਦਾ ਪਿਆਰ ਹੈ। ਗੱਲਾਂ ਬਾਤਾਂ ਦਾ ਪਿਆਰ ਜਿਹੜਾ ਉਹ ਰਾਹ ਵਿੱਚ ਹੀ ਰਹਿ ਜਾਂਦਾ ਹੈ, ਉਹ ਤੋੜ ਨਹੀਂ ਪਹੁੰਚਦਾ। ਜੇ ਭਗਤੀ ਦਾ ਪਿਆਰ ਹੋਵੇ ਤੇ ਫਿਰ ਉਹ ਤੋੜ ਪਹੁੰਚਦਾ ਹੈ।
ਪਲਟੂ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਹੈ, ਸਾਹਿਬ ਕੇ ਕਰ ਕੇਵਲ ਭਗਤ ਪਿਆਰ, ਸਾਹਿਬ ਭਗਤੀ ਮੇ ਰਾਜੀ। ਸਾਹਿਬ ਦੇ ਘਰ, ਉਸ ਮਾਲਕ ਦੇ ਘਰ ਭਗਤੀ ਦਾ ਪਿਆਰ ਹੈ। ਸਾਹਿਬ ਜਿਹੜਾ ਸਾਡਾ ਉਹ ਭਗਤੀ ਵਿੱਚ ਹੀ ਰਾਜੀ ਹੈ, ਉਹ ਗੱਲਾਂ ਬਾਤਾਂ ਵਿੱਚ ਰਾਜੀ ਨਹੀਂ। ਸੋ ਇਸ ਵਾਸਤੇ ਵਿਦਿਆ ਦੇ ਬਾਰੇ ਵੀ ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਯਾਨੀ ਸਹਿਜੋ ਭਾਈ, ਕਿ ਵਿਦਿਆ ਪੜ੍ਹ ਕੇ ਵੀ ਅਸੀਂ ਹੰਕਾਰੀ ਹੋ ਜਾਂਦੇ ਹਾਂ, ਔਰ ਹੰਕਾਰ ਵਿੱਚ ਆ ਕੇ ਸਾਡੇ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ। ਹੰਕਾਰਿਆ ਸੋ ਮਾਰਿਆ। ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਿ ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਕੀਤਾ ਕਰਾਇਆ ਸਭ ਫੇਲ ਹੋ ਜਾਂਦਾ ਹੈ ਜਦੋਂ ਸਾਡੇ ਵਿੱਚ ਹੰਕਾਰ ਆਉਂਦਾ ਹੈ। ਚਾਹੇ ਅਸੀਂ ਤਪੱਸਿਆ ਕੀਤੀ ਹੈ, ਯੋਗ ਅਭਿਆਸ ਕੀਤਾ ਹੈ, ਚਾਹੇ ਅਸੀਂ ਕੁਛ ਵੀ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਜਦੋਂ ਸਾਡੇ ਵਿੱਚ ਹੰਕਾਰ ਆਉਂਦਾ ਹੈ ਤਾਂ ਸਾਡਾ ਕੀਤਾ ਕਰਾਇਆ ਜੋ ਕੁਛ ਹੁੰਦਾ ਸਭ ਮਲੀਆਂ ਮੇਟ ਹੋ ਜਾਂਦਾ ਹੈ। ਇਸ ਵਾਸਤੇ ਵਿਦਵਾਨ ਜਿਹੜੇ ਹੈ ਸਹਿਜੋ ਭਾਈ, ਇਹਨਾਂ ਦੇ ਬਾਰੇ ਵੀ ਫਰਮਾ ਰਹੇ ਹੈ, ਨਾ ਸੁਖ ਵਿਦਿਆ ਕੇ ਪੜੇ, ਨਾ ਸੁਖ ਬਾਦ ਬਵਾਦ। ਬੈਂਸ ਮੁਹਾਸਿਆਂ ਦੇ ਵਿੱਚ ਵੀ ਸੁਖ ਨਹੀਂ, ਔਰ ਵਿਦਵਾਨਾਂ ਨੂੰ ਵੀ ਸੁਖ ਨਹੀਂ। ਵਿਦਵਾਨ ਜਿਹੜੇ ਹੈ ਉਹ ਵੀ ਵਿਚਾਰੇ ਹੰਕਾਰ ਵਿੱਚ ਆ ਕੇ ਰਹਿ ਜਾਂਦੇ ਹੈ। ਕਿਉਂ? ਉਹ ਆਪਣੇ ਆਪ ਨੂੰ ਜ਼ਿਆਦਾ ਬੜਾ ਸਮਝਦੇ ਆ ਔਰ ਦੂਸਰੇ ਨੂੰ ਛੋਟਾ ਸਮਝਦੇ ਆ।